Hello dear students, myself Dr. Amritpal Singh and I welcome you again on this learning platform. ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਵਰਕ ਟਾਈਮ ਤੇ ਰਿਸੋਰਸ ਨਾਲ ਰਿਲੇਟਡ ਜਿਹੜੇ ਡਿਫਿਕਲਟ ਕੁਐਸਚਨ ਜਿਹੜੇ ਆ ਉਹ ਕਿਸ ਤਰ੍ਹਾਂ ਦੇ ਜਿਹੜੇ ਆ ਸਕਦੇ ਆ। ਸਭ ਤੋਂ ਪਹਿਲੇ ਜਿਹੜੀਆਂ ਮੈਂ ਬੇਸਿਕ ਟੈਕਨੀਕਸ ਜਿਹੜੀਆਂ ਦੱਸਾਂਗਾ ਕਿ ਕਿਸ ਤਰ੍ਹਾਂ ਜਿਹੜਾ ਆ ਤੁਸੀਂ ਇਨ ਜਨਰਲ ਉਹ ਵਾਲੇ ਫਾਰਮੂਲੇ ਦੇ ਨਾਲ ਇਹ ਕੁਐਸਚਨਸ ਹੱਲ ਕਰ ਸਕਦੇ ਆ ਐਂਡ ਉਸ ਤੋਂ ਬਾਅਦ ਮੈਂ ਤੁਹਾਨੂੰ ਟ੍ਰਿਕ ਦੱਸਾਂਗਾ ਕਿ ਤੁਸੀਂ ਜਿਹੜਾ ਆ ਉਹ ਟ੍ਰਿਕ ਲਗਾ ਕੇ ਜਿਹੜਾ ਆ ਕੋਈ ਵੀ ਕੁਐਸਚਨ ਜਿਹੜਾ ਆ ਉਹਨੂੰ ਈਜ਼ੀਲੀ ਹੱਲ ਕਰ ਸਕਦੇ ਹਾਂ। ਹੁਣ ਕੁਐਸਚਨ ਜਿਹੜਾ ਆ ਟੈਕਨੀਕ ਫਸਟ ਜਿਹੜੀ ਆਪਾਂ ਡਿਸਕਸ ਕਰਾਂਗੇ। ਸੋ ਉਹਦੇ ਵਿੱਚ ਕੁਐਸਚਨ ਕਿਸ ਤਰ੍ਹਾਂ ਦੇ ਆ ਸਕਦੇ ਆ ਕਿ ਇੱਕ ਆਦਮੀ ਜਿਹੜਾ ਆ ਇੱਕ ਦਿਨ ਇੰਨਾ ਕੰਮ ਇੰਨੇ ਦਿਨ ਦੇ ਵਿੱਚ ਕਰਦਾ ਆ, ਦੂਸਰਾ ਆਦਮੀ ਸੇਮ ਕੰਮ ਇੰਨੇ ਦਿਨ ਦੇ ਵਿੱਚ ਕਰਦੇ ਆ ਤੇ ਜੇ ਦੋਨੇ ਉਸ ਕੰਮ ਨੂੰ ਕਰਨ ਤੇ ਫਿਰ ਕਿੰਨੇ ਦਿਨਾਂ ਦੇ ਵਿੱਚ ਕਰਨਗੇ। ਸੋ ਦੋ ਆਦਮੀ ਦੇ ਕੰਪੈਰੀਜ਼ਨ ਦੇ ਨਾਲ ਵੀ ਕੁਐਸਚਨ ਆ ਸਕਦਾ ਹੈ। ਇਸੇ ਤਰ੍ਹਾਂ ਜੇ ਤਿੰਨ ਆਦਮੀ ਦੇ ਕੰਪੈਰੀਜ਼ਨ ਦੇ ਨਾਲ ਵੀ ਉਹ ਕੁਐਸਚਨ ਜਿਹੜਾ ਆ ਉਹ ਆ ਸਕਦਾ ਹੈ। ਸੋ ਦੋ ਆਦਮੀ ਦੇ ਕੰਪੈਰੀਜ਼ਨ ਦੇ ਲਈ ਜਿਹੜਾ ਫਾਰਮੂਲਾ ਆਪਾਂ ਲਗਾਵਾਂਗੇ, ਸੋ ਅਸੀਂ ਜਿਹੜਾ ਆ ਪਹਿਲੇ ਇੱਕ ਆਦਮੀ ਦਾ ਫਾਰ ਐਗਜ਼ਾਮਪਲ ਜੇ ਆਪਾਂ ਕੰਸੀਡਰ ਕਰ ਲਈਏ ਕਿ A ਕੈਨ ਡੂ ਦੀ ਵਰਕ in X days and similarly B can do the same work in Y days। ਸੋ ਅਸੀਂ ਉਹਦੇ 'ਚ A's 1 day work ਕਿੰਨਾ ਹੋਏਗਾ, that is equal to 1 over X। so similarly B's 1 day work ਜਿਹੜਾ ਆ that is 1 over I। ਸੋ ਕਿੰਨਾ ਕੰਮ ਕਰਦੇ ਆ ਇੱਕ ਦਿਨ ਦੇ ਵਿੱਚ that is equal to 1 plus X over 1 plus Y ਐਂਡ ਉਹਦੇ ਤੋਂ ਜਿਹੜਾ ਅਸੀਂ ਕਿੰਨਾ ਟਾਈਮ ਲੱਗੇਗਾ ਉਹਨਾਂ ਨੂੰ ਇਹ ਕੰਮ ਜੇ ਦੋਨੇ ਇਕੱਠੇ ਕਰਦੇ ਆ ਤੇ ਉਹਨੂੰ ਆਪਾਂ ਸੋਲਵ ਕਰ ਸਕਦੇ ਹਾਂ that is equal to XY over X plus Y days ਜਿਹੜੇ ਆ ਲੱਗਣਗੇ। ਸੋ ਇਹ ਤੇ ਸੀ ਜਨਰਲ ਮੈਥਡ, ਬਟ ਜੇ ਤੁਸੀਂ ਇਹੀ ਕੁਐਸਚਨ ਨੂੰ ਦੂਸਰੇ ਈਜ਼ੀ ਮੈਥਡ ਦੇ ਨਾਲ ਕੈਲਕੂਲੇਟ ਕਰਨਾ ਹੋਵੇ ਤਾਂ ਫਿਰ ਆਪਾਂ ਉਹਨੂੰ ਕਿਸ ਤਰ੍ਹਾਂ ਕੈਲਕੂਲੇਟ ਕਰ ਸਕਦੇ ਹਾਂ। ਸੋ ਆਓ ਆਪਾਂ ਡਿਸਕਸ ਕਰਦੇ ਹਾਂ ਕੁਐਸਚਨ ਦੇ ਥਰੂ ਹੀ। ਹੁਣ ਕੁਐਸਚਨ ਕੀ ਕਹਿ ਰਿਹਾ ਆ, A can complete a work in 40 days, similarly B can complete the same work in 60 days। how long will they take to complete the work if they work together। ਹੁਣ ਫਾਰ ਐਗਜ਼ਾਮਪਲ ਹੈ A ਜਿਹੜਾ ਆ ਉਹਦਾ ਕੰਮ ਦਿੱਤਾ ਹੋਇਆ ਹੈ ਦੈਟ ਇਜ਼ ਉਹ 40 ਦਿਨਾਂ ਦੇ ਵਿੱਚ ਕੰਪਲੀਟ ਕਰਦਾ ਹੈ, B ਜਿਹੜਾ ਆ ਉਹਨੂੰ 60 ਦਿਨਾਂ ਦੇ ਵਿੱਚ ਕੰਪਲੀਟ ਕਰਦਾ ਹੈ। ਹੁਣ ਮੈਂ ਕੀ ਕਰਦਾ ਆ, ਇਹਨਾਂ ਨੂੰ ਇਸ ਫਾਰਮ ਦੇ ਵਿੱਚ ਲਿਖ ਲੈਣਾ ਤੇ 40 ਤੇ 60 ਦਾ ਜਿਹੜਾ ਆ ਜੇ ਮੈਂ LCM ਲਵਾਂ ਸੋ ਕਿੰਨਾ ਆਏਗਾ 20 ਦੂਣਾ 40 20 ਤੀਆ 60। ਸੋ LCM ਕਿੰਨਾ ਆ ਗਿਆ 3 ਦੂਣੀ 6 20 ਛਿਕਾ 120। ਸੋ ਇਸ ਫਾਰਮ ਨੂੰ ਜਿਹੜਾ ਆ ਮੈਂ ਇੱਥੇ ਲਿਖ ਲੈਣਾ ਸੋ ਦੈਟ ਇਜ਼ ਇਕੁਅਲ ਟੂ 120। 120 ਹੈ ਜਿਹੜਾ ਇਹਦੇ ਵਿੱਚੋਂ ਜੇ ਮੈਂ A40 ਨੂੰ ਡਿਵਾਈਡ ਕਰਾਵਾਂ ਤੇ ਸੋ ਦੈਟ ਇਜ਼ ਇਕੁਅਲ ਟੂ 120/40 ਦੈਟ ਇਜ਼ ਇਕੁਅਲ ਟੂ 3। ਸਿਮਿਲਰਲੀ B ਜਿਹੜਾ ਆ ਉਹ ਕਿੰਨਾ ਕੰਮ ਕਰ ਰਿਹਾ 2 ਯੂਨਿਟ। ਸੋ ਇਹ ਤਿੰਨ ਕੀ ਰਿਪਰੈਜ਼ੈਂਟ ਕਰ ਰਿਹਾ ਆ, ਸੋ ਦਿਸ ਇਜ਼ ਰਿਪਰੈਜ਼ੈਂਟਿੰਗ A's 1 day work, 1 day work of A। ਠੀਕ ਹੈ ਨਾ। ਸੋ ਇਸ ਤਰ੍ਹਾਂ ਜਿਹੜਾ B ਜਿਹੜਾ ਹੈ ਇੱਕ ਦਿਨ ਦੇ ਵਿੱਚ ਕਿੰਨਾ ਕੰਮ ਕਰਦਾ ਹੈ that is equal to 2 units। ਠੀਕ ਹੈ। ਸੋ ਇਹਦਾ ਮਤਲਬ ਕੀ ਆ ਕਿ A plus B ਜਿਹੜਾ ਆ ਇੱਕ ਦਿਨ ਦੇ ਵਿੱਚ ਕਿੰਨਾ ਕੰਮ ਕਰ ਰਹੇ ਆ, ਉਹ 5 ਯੂਨਿਟ ਕੰਮ ਕਰ ਰਹੇ ਆ। ਹੁਣ ਉਹਨਾਂ ਨੇ ਕੰਮ ਕਿੰਨਾ ਕਰਨਾ ਹੈ ਟੋਟਲ, ਉਹਨਾਂ ਨੇ 120 ਯੂਨਿਟ ਕੰਮ ਕਰਨਾ ਹੈ। ਠੀਕ ਹੈ ਨਾ। ਸੋ ਕਿੰਨੇ ਡੇਜ਼ ਦੇ ਵਿੱਚ ਉਹ ਕੰਮ ਨੂੰ ਕੰਪਲੀਟ ਕਰ ਲੈਣਗੇ, ਇਨ ਹਾਊ ਮੈਨੀ ਡੇਜ਼ ਜਿਹੜੇ A plus B ਜਿਹੜੇ ਆ ਉਹ ਕੰਪਲੀਟ ਕਰ ਲੈਣਗੇ। so that is equal to 120 over 5 so which is equal to 24 days। so ਇਹ ਤੁਸੀਂ ਈਜ਼ੀਲੀ ਜਿਹੜਾ ਹੈ ਇਹਨੂੰ ਇਸ ਮੈਥਡ ਦੇ ਨਾਲ ਸੋਲਵ ਕਰ ਸਕਦੇ ਆ। ਸੋ ਜੇ ਤੁਸੀਂ ਇਹਨੂੰ ਆਪਣੇ ਦੂਸਰੇ ਮੈਥਡ ਜਿਹੜਾ ਕਿ ਆਪਾਂ ਲਾਸਟ ਸਲਾਈਡ ਦੇ ਵਿੱਚ ਡਿਸਕਸ ਕੀਤਾ so that is equal to XY over X plus Y ਦੇ ਨਾਲ ਤੁਸੀਂ ਜੇ ਕੈਲਕੂਲੇਟ ਕਰੋ ਸੋ ਵੀ ਤੁਸੀਂ ਕਰ ਸਕਦੇ ਆ। so that is equal to 40 into 60 40 plus 60 ਸੋ 2400/100 ਸੋ ਦੈਟ ਇਜ਼ ਇਕੁਅਲ ਟੂ 24 ਡੇਜ਼। ਸੋ ਇਹ ਤਾਂ ਈਜ਼ੀ ਕੁਐਸਚਨ ਸੀ, ਬਟ ਜਿਹੜਾ ਇਹ ਵਾਲਾ ਮੈਥਡ ਤੁਹਾਨੂੰ ਮੈਂ ਦੱਸਿਆ ਆ ਸੋ ਇਹਦੇ ਨਾਲ ਤੁਸੀਂ ਡਿਫਿਕਲਟ ਕੁਐਸਚਨ ਵੀ ਜਿਹੜੇ ਆ ਬਹੁਤ ਘੱਟ ਸਮੇਂ ਦੇ ਵਿੱਚ ਕਰ ਸਕਦੇ ਆ। ਸੋ ਆਓ ਇੱਦਾਂ ਦਾ ਇੱਕ ਕੁਐਸਚਨ ਹੋਰ ਸੋਲਵ ਕਰਦੇ ਆ। ਸੋ ਕੁਐਸਚਨ ਕੀ ਕਹਿ ਰਿਹਾ ਆ, A can do a piece of work in 10 days। ਸੋ A ਜਿਹੜਾ ਆ ਉਸ ਕੰਮ ਨੂੰ ਕਿੰਨੇ ਦਿਨਾਂ ਦੇ ਵਿੱਚ ਕਰਦਾ ਹੈ 10 ਦਿਨਾਂ ਦੇ ਵਿੱਚ। Similarly B ਜਿਹੜਾ ਆ it can do the same work in 12 days। ਸੋ ਇਹਦੇ ਤੋਂ ਆਪਾਂ 10 ਤੇ 12 ਦਾ ਜਿਹੜਾ LCM ਆ
ਉਹਨੂੰ ਜਦੋਂ ਲਵਾਂਗੇ, ਜਿਹਨੂੰ ਆਪਾਂ ਲੀਸਟ ਕਾਮਨ ਮਲਟੀਪਲ, ਤੁਸੀਂ ਜਿਹੜਾ ਆ ਆਈ ਹੋਪ ਕਿ ਤੁਹਾਨੂੰ ਕੱਢਣਾ ਆਉਂਦਾ ਹੈ। ਸੋ ਦੋਵਾਂ ਦਾ ਐਲਸੀਐਮ ਕਿੰਨਾ ਆ ਜਾਏਗਾ, 60 ਆ ਜਾਏਗਾ। ਸੋ 60 ਡਿਵਾਈਡਡ ਬਾਈ 10 that is equal to 6 and 60 divided by 12 that is equal to 5। ਸੋ ਇਹਦਾ ਮਤਲਬ ਕੀ ਆ ਕਿ ਇਹ ਜਿਹੜਾ ਆ ਇੱਕ ਦਿਨ ਦੇ ਵਿੱਚ ਕਿੰਨੇ ਯੂਨਿਟ ਬਣਾ ਰਿਹਾ ਹੈ, 6 ਯੂਨਿਟ। ਐਂਡ ਸਿਮਿਲਰਲੀ ਜਿਹੜਾ ਬੀ ਆ ਇੱਕ ਦਿਨ ਦੇ ਵਿੱਚ ਕਿੰਨੇ ਯੂਨਿਟ ਬਣਾ ਰਿਹਾ ਆ, 5 ਯੂਨਿਟ ਬਣਾ ਰਿਹਾ ਹੈ। ਸੋ A ਪਲੱਸ B ਜਿਹੜੇ ਆ ਦੋਨੇ ਰਲ ਕੇ ਇੱਕ ਦਿਨ ਦੇ ਵਿੱਚ ਕਿੰਨੇ ਯੂਨਿਟ ਬਣਾ ਰਹੇ ਆ, that is equal to 11 ਯੂਨਿਟਸ। ਹੁਣ ਉਹਨਾਂ ਨੇ 60 ਯੂਨਿਟ ਬਣਾਉਣੇ ਆ। ਸੋ ਇਹਦਾ ਮਤਲਬ ਉਹ ਕਿੰਨੇ ਦਿਨਾਂ ਦੇ ਵਿੱਚ ਬਣਾਉਣਗੇ, in how many days they will make 60 unit that is equal to 60 by 11। so 11 5 55। ਸੋ 5 ਸਹੀ 5 ਵਟਾ 11 ਦਿਨਾਂ ਦੇ ਵਿੱਚ ਜਿਹੜੇ ਆ ਉਹ ਆਪਣੇ ਜਿਹੜਾ ਕੰਮ ਆ ਉਹਨੂੰ ਇਕੱਠੇ ਰਲ ਕੇ ਕੰਪਲੀਟ ਕਰ ਲੈਣਗੇ। ਸੋ ਨੈਕਸਟ ਕੁਐਸਚਨ ਇਜ਼, ਹੁਣ ਇਹ ਜਿਹੜੀ ਟੈਕਨੀਕ ਆ ਇਹ ਕੀ ਆ ਕਿ ਕਈ ਵਾਰੀ ਜਿਹੜਾ ਸਾਨੂੰ ਕੁਐਸਚਨ ਆ ਉਹ 3 ਹਿੱਸਿਆਂ ਦੇ ਵਿੱਚ ਦਿੱਤਾ ਹੁੰਦਾ ਕਿ A ਇੱਕ ਦਿਨ ਦੇ ਵਿੱਚ ਇੰਨਾ ਕੰਮ ਕਰਦਾ, B ਇੱਕ ਦਿਨ ਦੇ ਵਿੱਚ ਇੰਨਾ ਕੰਮ ਕਰਦਾ ਤੇ C ਇੱਕ ਦਿਨ ਦੇ ਵਿੱਚ ਇੰਨਾ ਕੰਮ ਕਰਦਾ, ਤੇ ਤਿੰਨੇ ਜਿਹੜੇ ਰਲ ਕੇ ਉਸ ਕੰਮ ਨੂੰ ਕਿੰਨੇ ਦਿਨਾਂ ਦੇ ਵਿੱਚ ਕੰਪਲੀਟ ਕਰਨਗੇ। ਜੇ ਆਪਾਂ ਕੰਸੀਡਰ ਕਰ ਲਈਏ ਕਿ A ਇੱਕ ਦਿਨ ਦੇ ਵਿੱਚ X ਕੰਮ ਕਰ ਰਿਹਾ ਹੈ, B ਉਹਨਾਂ ਜਿਹੜਾ ਕੰਮ ਆ Y ਦਿਨਾਂ ਦੇ ਵਿੱਚ ਕਰ ਰਿਹਾ ਹੈ, C ਜਿਹੜਾ ਸੇਮ ਵਰਕ ਆ that is completing in Z days। ਸੋ ਆਪਾਂ XYZ ਦਾ ਜਿਹੜਾ LCM ਆ that is equal to XYZ। ਸੋ XYZ divided by X, so that is equal to YZ। ਸੋ ਇਹ ਕਿਹਦੇ ਬਰਾਬਰ ਆ ਜਾਏਗਾ, XZ ਦੇ। and similarly this is equal to XY। ਸੋ ਤਿੰਨੇ ਜਿਹੜੇ ਕਿੰਨਾ ਕੰਮ ਕਰ ਰਹੇ ਆ, YZ ਇੱਕ ਦਿਨ ਦੇ ਵਿੱਚ ਤਿੰਨੇ ਜਾਣੇ ਰਲ ਕੇ ਕਿੰਨਾ ਕੰਮ ਕਰ ਰਹੇ ਆ, YZ ਪਲੱਸ XZ ਪਲੱਸ XY। ਹੁਣ ਕੰਮ ਉਹਨਾਂ ਨੇ ਕਿੰਨਾ ਕਰਨਾ ਆ, XYZ ਜਿਹੜਾ ਕੰਮ ਕਰਨਾ ਆ। ਸੋ ਕਿੰਨੇ ਦਿਨਾਂ ਦੇ ਵਿੱਚ ਉਹ ਕਰਨਗੇ ਕੰਪਲੀਟ, ਹਾਊ ਮੈਨੀ ਡੇਜ਼। ਸੋ ਜਿੰਨਾ ਕੰਮ ਆ ਡਿਵਾਈਡਡ ਬਾਈ ਇੱਕ ਦਿਨ ਦਾ ਕੰਮ, ਸੋ that is equal to YZ plus XZ plus XY। so this is the same formula which you can use using this method। ਸੋ ਆਓ ਇੱਦਾਂ ਦੇ ਕੁਐਸਚਨ ਜਿਹੜੇ ਆਪਾਂ ਸੋਲਵ ਕਰਦੇ ਹਾਂ। ਹੁਣ ਕੀ ਕਹਿ ਰਿਹਾ ਹੈ ਕਿ A ਜਿਹੜਾ ਆ ਇੱਕ ਦਿਨ ਦੇ ਵਿੱਚ ਇੱਕ ਕੰਮ ਨੂੰ 40 ਦਿਨਾਂ ਦੇ ਵਿੱਚ ਕਰਦਾ ਆ। ਸੋ ਦਿਸ ਇਜ਼ A's ਵਰਕ। B ਜਿਹੜਾ ਆ ਉਸੇ ਕੰਮ ਨੂੰ 50 ਦਿਨਾਂ ਦੇ ਵਿੱਚ ਕਰਦਾ ਆ, ਤੇ C ਜਿਹੜਾ ਆ ਉਸੇ ਕੰਮ ਨੂੰ 60 ਦਿਨਾਂ ਦੇ ਵਿੱਚ ਕਰਦਾ ਆ। 40 50 ਤੇ 60 ਦਾ ਜੇ ਆਪਾਂ LCM ਲਈਏ ਸੋ ਕਿੰਨਾ ਆਏਗਾ, 10 ਨਾਲ ਡਿਵਿਜ਼ੀਬਲ ਹੈ, 4 ਦਾ ਹੈ 40, 4 ਦਾ ਹੈ 50, 4 ਦਾ ਹੈ 60। ਸੋ 2 ਨਾਲ ਆਪਾਂ ਦੇਖ ਲੈਂਦੇ, 2 ਦੂਣੀ 4, 2 ਤੀਏ 6। ਸੋ ਕਿੰਨਾ ਆ ਗਿਆ, so this is how you can find out the LCM। so ਥੱਲੇ ਜਿਹੜਾ ਹੈ ਤਿੰਨੇ 1 1 1 ਆ ਗਏ। ਸੋ ਕਿੰਨਾ ਆਇਆ, 10 ਦੂਣਾ 20 ਦੂਣਾ 40, 40 50 200, 200 ਗੁਣਾ 3 600। ਸੋ ਤਿੰਨਾਂ ਦਾ LCM ਜਿਹੜਾ ਹੈ 600 ਆ ਗਿਆ। ਸੋ 600 divided by 40 that is equal to 15, 600 divided by 50 that is equal to 12, 600 divided by 60 that is equal to 10। ਸੋ ਇਹਦਾ ਮਤਲਬ A ਜਿਹੜਾ ਆ ਇੱਕ ਦਿਨ ਦੇ ਵਿੱਚ 15 ਯੂਨਿਟ ਬਣਾ ਰਿਹਾ ਆ, B ਜਿਹੜਾ ਆ ਇੱਕ ਦਿਨ ਦੇ ਵਿੱਚ 12 ਯੂਨਿਟ ਬਣਾ ਰਿਹਾ ਆ, ਤੇ C ਜਿਹੜਾ ਹੈ ਇੱਕ ਦਿਨ ਦੇ ਵਿੱਚ 10 ਯੂਨਿਟ ਬਣਾ ਰਿਹਾ ਹੈ। ਸੋ ਤਿੰਨੇ ਜਾਣੇ ਇੱਕ ਦਿਨ ਦੇ ਵਿੱਚ ਟੋਟਲ ਕਿੰਨੇ ਯੂਨਿਟ ਬਣਾ ਰਹੇ ਆ, that is equal to 15 plus 12 plus 10, so that is equal to 37 ਯੂਨਿਟ ਜਿਹੜੇ ਆ ਉਹ ਇੱਕ ਦਿਨ ਦੇ ਵਿੱਚ ਬਣਾ ਰਹੇ ਆ। ਹੁਣ ਉਹਨਾਂ ਨੂੰ ਬਣਾਉਣੇ ਕਿੰਨੇ ਯੂਨਿਟ ਆ, ਟੋਟਲ 600 ਯੂਨਿਟ ਉਹਨਾਂ ਨੇ ਬਣਾਉਣੇ ਆ। ਸੋ ਕਿੰਨੇ ਦਿਨਾਂ ਦੇ ਵਿੱਚ ਉਹ ਬਣਾਉਣਗੇ, ਇਨ ਹਾਊ ਮੈਨੀ ਡੇਜ਼ ਜਿਹੜੇ ਉਹ 600 ਯੂਨਿਟ ਬਣਾਉਣਗੇ। ਸੋ ਦੈਟ ਇਜ਼ ਇਕੁਅਲ ਟੂ 600 ਡਿਵਾਈਡਡ ਬਾਈ 37। ਸੋ ਇਹਨੂੰ ਤੁਸੀਂ ਜਿਹੜਾ ਆ ਕੈਲਕੂਲੇਟ ਕਰਕੇ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਸੋ ਦਿਸ ਇਜ਼ ਹਾਊ ਯੂ ਕੈਨ ਸੋਲਵ ਸੱਚ ਪ੍ਰੋਬਲਮ ਵਿਦ ਦਿਸ ਟ੍ਰਿਕ। ਸੋ ਆਓ ਇੱਦਾਂ ਦਾ ਇੱਕ ਕੁਐਸਚਨ ਹੋਰ ਸੋਲਵ ਕਰਦੇ ਹਾਂ। A can do a piece of work in 4 days। A ਜਿਹੜਾ ਇੱਕ ਕੰਮ ਨੂੰ 4 ਦਿਨਾਂ ਦੇ ਵਿੱਚ ਕਰਦਾ। B can do the same work in 8 days and similarly C can do the same work in 12 days। ਸੋ 4
8 ਤੇ 12 ਦਾ ਆਪਾਂ ਐਲਸੀਐਮ ਲੈ ਲਾਂਗੇ, ਉਹ ਕਿੰਨਾ ਆ ਰਿਹਾ ਹੈ 4 दूनी 8 4 तीए 12, सो 3 दूनी 6 चौका 24, सो ਤਿੰਨਾਂ ਦਾ ਜਿਹੜਾ ਐਲਸੀਐਮ ਆ ਰਿਹਾ ਹੈ 24 ਆ ਰਿਹਾ ਹੈ। सो 24 divided by 4 that is equal to 6, 24 divided by 3 divided by 8 that is equal to 3 and 24 divided by 12 that is equal to 2। सो ਇਹਦਾ ਮਤਲਬ A ਜਿਹੜਾ ਆ ਇੱਕ ਦਿਨ ਦੇ ਵਿੱਚ 6 ਯੂਨਿਟ ਬਣਾ ਰਿਹਾ ਹੈ, B 3 ਯੂਨਿਟ ਬਣਾ ਰਿਹਾ ਹੈ ਤੇ C ਜਿਹੜਾ ਆ 2 ਯੂਨਿਟ ਬਣਾ ਰਿਹਾ। ਸੋ A plus B plus C ਇੱਕ ਦਿਨ ਦੇ ਵਿੱਚ ਕਿੰਨੇ ਯੂਨਿਟ ਬਣਾ ਰਹੇ ਆ 6 3 9 ਤੇ 2 11। ਹੁਣ ਬਣਾਣੇ ਕਿੰਨੇ ਯੂਨਿਟ ਆ ਉਹਨਾਂ ਨੇ 24 ਯੂਨਿਟ ਬਣਾਣੇ ਆ। ਸੋ ਕਿੰਨੇ ਦਿਨਾਂ ਦੇ ਵਿੱਚ ਬਣਾਣਗੇ ਉਹ ਇਨ ਹਾਊ ਮੈਨੀ ਡੇਜ਼ ਜਿਹੜੇ ਆ ਉਹ 24 ਯੂਨਿਟ ਬਣਾਣਗੇ ਦੈਟ ਇਜ਼ ਇਕੁਅਲ ਟੂ 24 ਡਿਵਾਈਡਡ ਬਾਈ 11, 11 ਦੂਣਾ ਬਾਈ 2 ਸਹੀ 2 ਬਾਈ 11 ਡੇਜ਼ ਦੇ ਵਿੱਚ ਜਿਹੜੇ ਆ ਉਹ ਆਪਣੇ ਇਹ ਕੰਮ ਨੂੰ ਤਿੰਨੇ ਜਾਣੇ ਰਲ ਕੇ ਸੋਲਵ ਕਰ ਲੈਣਗੇ। ਸੋ ਸਮਟਾਈਮਸ ਜਿਹੜਾ ਕੁਐਸਚਨ ਆ ਜਾਂਦਾ ਕਿ ਕਿੰਨਾ ਕੰਮ ਰਹਿ ਗਿਆ ਹੈ ਤੇ ਉਹ ਕਿੰਨੇ ਦਿਨਾਂ ਦੇ ਵਿੱਚ ਕਰੇਗਾ। ਹੁਣ ਕੁਐਸਚਨ ਕੀ ਹੈ A can do a work in 30 days and B can do the same work in 40 days. A work for 9 days and the remaining work is done by B। ਹੁਣ ਉਹ ਕੀ ਕਹਿ ਰਿਹਾ ਹੈ ਕਿ A ਜਿਹੜਾ ਕੰਮ ਆ ਉਹਨੂੰ 30 ਦਿਨਾਂ ਦੇ ਵਿੱਚ ਕਰਦਾ, B ਉਸੇ ਕੰਮ ਨੂੰ 40 ਦਿਨਾਂ ਦੇ ਵਿੱਚ ਕਰਦਾ। A ਜਿਹੜਾ ਆ 9 ਦਿਨ ਕੰਮ ਕਰਕੇ ਲੈਫਟ ਕਰ ਜਾਂਦਾ ਤੇ ਬਾਕੀ ਜਿਹੜਾ ਕੰਮ ਆ ਉਹ B ਕਰਦਾ ਹੈ। ਸੋ ਵਾਟ ਇਜ਼ ਦੀ ਫ੍ਰੈਕਸ਼ਨ ਆਫ ਵਰਕ ਡਨ ਬਾਈ B। ਸੋ ਇਸ ਕੇਸ ਦੇ ਵਿੱਚ ਸੋ ਆਓ ਇਹਨੂੰ ਉਸੇ ਮੈਥਡ ਨਾਲ ਕਰਦੇ ਆ। A ਜਿਹੜਾ 30 ਦਿਨਾਂ ਦੇ ਵਿੱਚ ਕਰ ਰਿਹਾ, B ਜਿਹੜਾ 40 ਦਿਨਾਂ ਦੇ ਵਿੱਚ ਕਰ ਰਿਹਾ। ਸੋ 30 ਤੇ 40 ਦਾ ਐਲਸੀਐਮ 120 ਆ ਜਾਏਗਾ। ਸੋ A ਇੱਕ ਦਿਨ ਦੇ ਵਿੱਚ 4 ਯੂਨਿਟ ਬਣਾ ਰਿਹਾ, B ਇੱਕ ਦਿਨ ਦੇ ਵਿੱਚ 3 ਯੂਨਿਟ ਬਣਾ ਰਿਹਾ। ਹੁਣ ਦੋਨੇ ਜਣੇ ਰਲ ਕੇ 7 ਯੂਨਿਟ ਬਣਾ ਰਹੇ ਆ ਇੱਕ ਦਿਨ ਦੇ ਵਿੱਚ। 4 + 3 that is equal to 7 ਯੂਨਿਟ। ਹੁਣ ਉਹ ਸਾਨੂੰ ਕੀ ਕਹਿ ਰਿਹਾ ਆ ਕਿ A ਜਿਹੜਾ ਆ 9 ਦਿਨ ਕੰਮ ਕਰਦਾ ਹੈ, ਠੀਕ ਹੈ ਨਾ। ਸੋ ਇਹਦਾ ਮਤਲਬ ਜੇ A ਇੱਕ ਦਿਨ ਦੇ ਵਿੱਚ 4 ਯੂਨਿਟ ਬਣਾ ਰਿਹਾ ਹੈ, ਸੋ A 9 ਦਿਨਾਂ ਦੇ ਵਿੱਚ ਕਿੰਨੇ ਯੂਨਿਟ ਬਣਾਏਗਾ 9 ਚੌਕਾ 36 ਯੂਨਿਟ। ਸੋ A ਜਿਹੜਾ ਆ ਉਹ 9 ਦਿਨਾਂ ਦੇ ਵਿੱਚ 36 ਯੂਨਿਟਸ ਜਿਹੜੇ ਆ ਉਹ ਬਣਾ ਲਏਗਾ। ਹੁਣ ਟੋਟਲ ਆਪਾਂ ਕਿੰਨੇ ਯੂਨਿਟ ਬਣਾਣੇ ਆ 120। ਇਹਦਾ ਮਤਲਬ 120 ਦੇ ਵਿੱਚੋਂ ਜੇ A ਨੇ 36 ਬਣਾਏ ਤੇ B ਨੇ ਕਿੰਨੇ ਯੂਨਿਟ ਬਣਾਏ that is equal to 84 ਯੂਨਿਟ। ਸੋ ਫ੍ਰੈਕਸ਼ਨ ਆਪਾਂ ਕੱਢ ਸਕਦੇ ਹਾਂ। ਸੋ ਫ੍ਰੈਕਸ਼ਨ ਆਫ A ਕਿੰਨੀ ਆ ਜਾਏਗੀ। ਸੋ A ਨੇ ਕਿੰਨੇ ਯੂਨਿਟ ਬਣਾਏ 36 ਯੂਨਿਟ ਡਿਵਾਈਡਡ ਬਾਈ 120। ਸੋ A ਦਾ ਕਿੰਨਾ ਕੰਮ ਹੋ ਗਿਆ 12 3 36 12 ਦਾ ਆ। ਸੋ A ਜਿਹੜਾ ਆ 3/10 ਹਿੱਸੇ ਜਿਹੜਾ ਕੰਮ ਕਰ ਰਿਹਾ ਆ। ਬਾਕੀ ਜਿਹੜਾ ਕੰਮ ਆ ਰਿਮੇਨਿੰਗ ਵਰਕ ਦਾ ਤੁਸੀਂ ਇਹ ਵਾਲੇ ਫਾਰਮੂਲੇ ਨਾਲ ਵੀ ਲਗਾ ਸਕਦੇ ਹੋ 1 - ਵਰਕ ਡਨ। ਸੋ ਵਰਕ ਕਿੰਨਾ ਹੋ ਚੁੱਕਾ ਹੈ 3/10 ਹੋ ਚੁੱਕਾ। ਬਾਕੀ B ਕਿੰਨਾ ਕੰਮ ਕਰੇਗਾ 7/10 ਜਿਹੜਾ ਫ੍ਰੈਕਸ਼ਨ ਆ ਉਹ B ਕੰਮ ਕਰੇਗਾ, ਠੀਕ ਹੈ ਨਾ। ਹੁਣ ਦੂਸਰਾ ਕੁਐਸਚਨ ਕੀ ਕਹਿ ਰਿਹਾ ਹੈ what is the total number of days to complete the work। ਸੋ ਇਹਨੂੰ ਮੈਂ ਅਰੇਂਜ ਕਰ ਦਿੰਦਾ। ਹੁਣ ਆਪਾਂ ਕੱਢਣਾ ਹੈ ਕਿ ਜਿਹੜਾ ਪੂਰਾ ਕੰਮ ਆ ਉਹ ਕਿੰਨੇ ਦਿਨਾਂ ਦੇ ਵਿੱਚ ਹੋਏਗਾ। ਹੁਣ ਇੱਥੇ ਇੱਕ ਗੱਲ ਧਿਆਨ ਦਿਓ, ਇੱਥੇ ਉਹਨਾਂ ਨੇ ਇਹ ਕਿਹਾ ਕਿ ਦੋਨੇ ਜਿਹੜੇ ਕੰਮ ਆ ਅਲੱਗ-ਅਲੱਗ ਕਰ ਰਹੇ ਆ, they are not working together। ਸੋ what is the total number of day to complete the work। ਹੁਣ ਇਹ ਜਿਹੜਾ ਆ ਕਿੰਨਾ ਕੰਮ ਕਰ ਰਿਹਾ ਹੈ ਇਹ ਜਿਹੜਾ ਆ ਟੋਟਲ 120 ਯੂਨਿਟ ਉਹਨਾਂ ਨੇ ਬਣਾਣੇ ਆ। ਸੋ 36 ਜਿਹੜੇ ਯੂਨਿਟ ਆ ਉਹ A ਬਣਾ ਰਿਹਾ ਹੈ, B ਕਿੰਨੇ ਯੂਨਿਟ ਬਣਾ ਰਿਹਾ ਹੈ 84 ਯੂਨਿਟ। ਹੁਣ A ਇੱਕ ਦਿਨ ਦੇ ਵਿੱਚ ਜਿਸ ਤਰ੍ਹਾਂ ਆਪਾਂ ਕੈਲਕੂਲੇਟ ਕੀਤਾ ਕਿ 4 ਯੂਨਿਟ ਬਣਾਉਂਦਾ ਹੈ, B ਜਿਹੜਾ ਆ ਇੱਕ ਦਿਨ ਦੇ ਵਿੱਚ 3 ਯੂਨਿਟ ਬਣਾਉਂਦਾ ਹੈ। ਹੁਣ A ਨੇ 9 ਦਿਨ ਕੰਮ ਕੀਤਾ ਉਹ ਤੇ ਆਪਾਂ ਐਡ ਕਰ ਹੀ ਲੈਣਾ। ਹੁਣ ਬਾਕੀ ਜਿਹੜਾ ਕੰਮ ਆ 84 ਯੂਨਿਟ B ਕਿੰਨੇ ਦਿਨਾਂ ਦੇ ਵਿੱਚ ਕਰੇਗਾ। ਜੇ B ਇੱਕ ਦਿਨ ਦੇ ਵਿੱਚ 3 ਯੂਨਿਟ ਬਣਾ ਰਿਹਾ ਹੈ ਤੇ 84 ਯੂਨਿਟ ਜਿਹੜੇ ਆ ਉਹ ਕਿੰਨੇ ਦਿਨਾਂ ਦੇ ਵਿੱਚ ਬਣਾਏਗਾ that is equal to 27 days। ਸੋ B ਨੂੰ ਉਹ ਬਾਕੀ ਕੰਮ
किन्ने दिन लगणगे कंप्लीट करन दे लई 27 दिन। सो इहदा मतलब टोटल जिहड़े आ पूरा काम करन नूं किन्ने दिन लगणगे, दैट इज इक्वल टू 36 days. So this is how you can solve this type of problems. So next question is A and B complete work in 10 and 20 days. ਹੁਣ A ਜਿਹੜਾ ਇੱਕ ਦਿਨ ਇੱਕ ਕੰਮ ਨੂੰ ਕਿੰਨੇ ਦਿਨਾਂ 'ਚ ਕਰਦਾ, 10 ਦਿਨਾਂ ਦੇ ਵਿੱਚ। B ਇੱਕ ਕੰਮ ਨੂੰ ਜਿਹੜਾ ਆ 20 ਦਿਨਾਂ ਦੇ ਵਿੱਚ ਕਰਦਾ ਹੈ। A and B start working together, ਦੋਵਾਂ ਨੇ ਇਕੱਠਿਆਂ ਨੇ ਕੰਮ ਕਰਨਾ ਸ਼ੁਰੂ ਕੀਤਾ। and after 5 days A left the work, ਕਿ ਦੋਵਾਂ ਨੇ 5 ਦਿਨ ਕੰਮ ਇਕੱਠੇ ਕੀਤਾ, ਉਸ ਤੋਂ ਬਾਅਦ ਜਿਹੜਾ A ਆ ਉਹ ਕੰਮ ਛੱਡ ਗਿਆ। find in how many days work will be completed. ਸੋ 10 ਤੇ 20 ਦਾ ਆਪਾਂ ਐਲਸੀਐਮ ਲਵਾਂਗੇ, ਕਿੰਨਾ ਆ ਜਾਏਗਾ 20। ਇਹਦਾ ਮਤਲਬ A ਜਿਹੜਾ ਹੈ ਇੱਕ ਦਿਨ ਦੇ ਵਿੱਚ 2 ਯੂਨਿਟ ਬਣਾ ਰਿਹਾ ਹੈ, B ਜਿਹੜਾ ਇੱਕ ਦਿਨ ਦੇ ਵਿੱਚ 20 ਡਿਵਾਈਡਡ ਬਾਈ 20 ਉਹ 1 ਯੂਨਿਟ ਬਣਾ ਰਿਹਾ ਹੈ। ਹੁਣ ਦੋਵਾਂ ਨੇ ਇਕੱਠਿਆਂ ਕੰਮ ਕਰਨਾ ਸ਼ੁਰੂ ਕੀਤਾ, ਇਹਦਾ ਮਤਲਬ A plus B ਜਿਹੜੇ ਆ ਇੱਕ ਦਿਨ ਦੇ ਵਿੱਚ ਕਿੰਨੇ ਯੂਨਿਟ ਬਣਾ ਰਹੇ ਆ, ਉਹ ਦੋਨੇ ਰਲ ਕੇ 3 ਯੂਨਿਟ ਬਣਾ ਰਹੇ ਆ। 5 ਦਿਨਾਂ ਬਾਅਦ A ਛੱਡ ਗਿਆ, ਦਾ ਮਤਲਬ ਵੀ 5 ਦਿਨ ਤੇ ਉਹਨਾਂ ਨੇ ਇਕੱਠਿਆਂ ਕੰਮ ਕੀਤਾ ਨਾ। ਸੋ ਵਰਕ ਆਫ A plus B in 5 days, 5 ਦਿਨ ਜਦੋਂ ਇਕੱਠੇ ਕੰਮ ਕਰਦੇ ਆ ਉਦੋਂ ਕਿੰਨੇ ਯੂਨਿਟ ਬਣਾ ਲੈਣਗੇ, ਉਹ ਇੱਕ ਦਿਨ ਦੇ ਵਿੱਚ 3 ਯੂਨਿਟ ਬਣਾਉਂਦੇ ਆ, ਇਹਦਾ ਮਤਲਬ 5 ਦਿਨ ਦੇ ਵਿੱਚ ਉਹ 15 ਯੂਨਿਟਸ ਬਣਾ ਲੈਣਗੇ। ਠੀਕ ਹੈ ਨਾ। ਹੁਣ ਬਣਾਉਣੇ ਕਿੰਨੇ ਯੂਨਿਟ ਆ ਟੋਟਲ, ਉਹਨਾਂ ਨੇ 20 ਯੂਨਿਟ ਬਣਾਉਣੇ ਆ। ਇਹਦਾ ਮਤਲਬ 15 ਯੂਨਿਟ ਜਿਹੜੇ ਆ 5 ਦਿਨਾਂ ਦੇ ਵਿੱਚ ਉਹਨਾਂ ਨੇ ਬਣਾ ਲਏ। ਉਸ ਤੋਂ ਬਾਅਦ ਜਿਹੜਾ ਆ ਬਾਕੀ ਕਿੰਨੇ ਯੂਨਿਟ ਰਹਿ ਗਏ, 5 ਯੂਨਿਟ ਰਹਿ ਗਏ। ਹੁਣ ਇਹ ਜਿਹੜਾ ਆ ਕੰਮ ਨੂੰ ਛੱਡ ਚੁੱਕਾ, ਹੁਣ ਬਾਕੀ ਜਿਹੜਾ ਕੰਮ ਆ ਉਹ B ਕਰ ਰਿਹਾ ਆ। ਹੁਣ B ਇੱਕ ਦਿਨ ਦੇ ਵਿੱਚ 1 ਯੂਨਿਟ ਬਣਾਉਂਦਾ ਆ। ਸੋ B ਜਿਹੜਾ ਆ 5 ਯੂਨਿਟ ਬਣਾਉਣ ਦੇ ਲਈ ਉਹਨੂੰ ਕਿੰਨੇ टाइम लगेगा, 5/1 दैट इज इक्वल टू 5 days। ठीक है ना। सो पहले 5 दिन ਦੇ ਵਿੱਚ ਉਹਨਾਂ ਨੇ 15 ਯੂਨਿਟ ਬਣਾਏ, ਦੂਸਰੇ 5 ਦਿਨਾਂ ਦੇ ਵਿੱਚ B ਨੇ ਬਾਕੀ ਦੇ 5 ਯੂਨਿਟ ਬਣਾਏ। ਸੋ ਟੋਟਲ ਕਿੰਨੇ ਦਿਨ ਲੱਗੇ ਉਹਨਾਂ ਨੂੰ ਪੂਰਾ ਕੰਮ ਕਰਨ ਦੇ ਲਈ, दैट इज इक्वल टू 10 days। ਸੋ ਆਵਰ ਆਪਸ਼ਨ ਇਜ਼ ਆਪਸ਼ਨ D। ਸੋ ਆਓ ਇਦਾਂ ਦੇ ਕੁਐਸਚਨ ਹੋਰ ਆਪਾਂ ਸੋਲਵ ਕਰਦੇ ਹਾਂ। ਸੋ A and B can do a piece of work in 12 days। ਹੁਣ ਇਹ ਕੁਐਸਚਨ ਥੋੜਾ ਜਿਹਾ ਬਾਕੀਆਂ ਦੇ ਨਾਲੋਂ ਹਟ ਕੇ ਹੈ। ਹੁਣ ਇੱਥੇ ਦੋਵਾਂ ਦਾ ਇਕੱਠਾ ਕੰਮ ਦਿੱਤਾ ਹੋਇਆ ਹੈ। ਸੋ A plus B ਜਿਹੜੇ ਆ ਇੱਕ ਕੰਮ ਨੂੰ 12 ਦਿਨਾਂ ਦੇ ਵਿੱਚ ਕਰਦੇ ਆ, B ਤੇ C ਜਿਹੜੇ ਆ ਇੱਕ ਕੰਮ ਨੂੰ 15 ਦਿਨਾਂ ਦੇ ਵਿੱਚ ਕਰਦੇ ਆ। ਸਿਮਿਲਰਲੀ C ਤੇ A ਜਿਹੜੇ ਇੱਕ ਕੰਮ ਨੂੰ ਉਹ 20 ਦਿਨਾਂ ਦੇ ਵਿੱਚ ਕਰਦੇ ਆ। ਫਾਈਂਡ ਦੀ ਟਾਈਮ in which A, B and C can finish the work, ਕਿ ਜੇ ਉਹ ਤਿੰਨੇ ਰਲ ਕੇ ਕੰਮ ਕਰਨ ਤੇ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਸਾਰਾ ਕੰਮ ਕੰਪਲੀਟ ਕਰ ਲੈਣਗੇ। ਹੁਣ ਸਾਨੂੰ 2-2 ਦਾ ਦਿੱਤਾ ਹੋਇਆ ਕਿ ਕਿੰਨੇ ਦਿਨਾਂ ਦੇ ਵਿੱਚ ਕੰਪਲੀਟ ਕਰਦੇ ਆ। ਸੋ ਆਪਾਂ 12, 15 ਤੇ 20 ਦਾ ਐਲਸੀਐਮ ਫਾਈਂਡ ਆਊਟ ਕਰ ਲਾਂਗੇ। ਇਹ 5 ਦੇ ਨਾਲ ਕਰ ਲਓ ਪਹਿਲਾਂ। सो 5 तीए 15, 5 चौका 20, 4 तीए 12, सो 3 आ गया। सो टोटल एलसीएम कितना आ गया, 5 × 4 × 3, 5 चौका 20 तीया 60। सो 60 एलसीएम आ गया। सो 60 डिवाइडेड बाय 12, 12 5 60, 15 चौकी 60, 20 तीए 60। सो ਇਹਦਾ ਮਤਲਬ A plus B ਜਿਹੜਾ ਹੈ ਇੱਕ ਦਿਨ ਦੇ ਵਿੱਚ 5 ਯੂਨਿਟ ਬਣਾ ਰਹੇ ਆ, B plus C ਇੱਕ ਦਿਨ ਦੇ ਵਿੱਚ 4 ਯੂਨਿਟ ਬਣਾ ਰਹੇ ਆ, ਤੇ A plus C ਜਿਹੜੇ ਇੱਕ ਦਿਨ ਦੇ ਵਿੱਚ 3 ਯੂਨਿਟ ਬਣਾ ਰਹੇ ਆ। ਹੁਣ ਆਓ ਇਹਨਾਂ ਨੂੰ ਕੰਬਾਈਨ ਕਰਦੇ ਆ। ਇਹਦਾ ਮਤਲਬ A plus B plus B plus C plus A plus C ਉਹ ਇੱਕ ਦਿਨ ਦੇ ਵਿੱਚ ਕਿੰਨੇ ਯੂਨਿਟ ਬਣਾ ਰਹੇ ਆ, 5 4 9 ਤੇ 3 12 ਯੂਨਿਟ ਬਣਾ ਰਹੇ ਆ। ਸੋ ਇਹ ਕੀ ਆ ਜਾਏਗਾ, 2 times A plus B plus C। ਸੋ ਇਹਦਾ ਮਤਲਬ A plus B plus C ਜਿਹੜਾ ਆ that is equal to 12 divided by 2 that is equal to 6 ਯੂਨਿਟ। ਸੋ A, B ਤੇ C ਜਿਹੜੇ ਇੱਕ ਦਿਨ ਦੇ ਵਿੱਚ 6 ਯੂਨਿਟ ਬਣਾਉਣਗੇ। ਹੁਣ ਉਹਨਾਂ ਨੇ ਬਣਾਉਣੇ ਕਿੰਨੇ ਯੂਨਿਟ ਆ, ਟੋਟਲ 60 ਯੂਨਿਟ ਬਣਾਉਣੇ ਆ।
ठीक है ना। सो ਇਹਦਾ मतलब A प्लस B ਜਿਹੜੇ ਆ ਜੇ ਇੱਕ ਦਿਨ ਦੇ ਵਿੱਚ 6 ਯੂਨਿਟ ਬਣਾ ਰਹੇ ਆ ਤੇ 60 ਯੂਨਿਟ ਉਹਨਾਂ ਨੇ ਬਣਾਣੇ ਆ ਤੇ ਕਿੰਨੇ ਦਿਨਾਂ ਦੇ ਵਿੱਚ ਬਣਾਣਗੇ 60 divided by 6 that is equal to 10 days। so our right option is 10 days। ਹੁਣ ਇਹ ਵਾਲਾ ਜਿਹੜਾ ਸਟੈਪ ਆ ਇਹ ਥੋੜਾ ਤੁਸੀਂ ਧਿਆਨ ਦੇ ਨਾਲ ਕਰਨਾ। ਕਈ ਵਾਰੀ ਬੱਚੇ ਕੀ ਕਰਦੇ ਆ ਸਿੰਪਲ A plus B plus C ਨੂੰ ਹੀ 12 ਲਿਖ ਦਿੰਦੇ ਆ। ਸੋ ਉਹਦੇ ਵਿੱਚ ਇਹ ਕੁਐਸਚਨ ਜਿਹੜਾ ਆ ਗਲਤ ਹੋ ਸਕਦਾ ਹੈ। So next question is A can do a piece of work in 4 hours। A ਜਿਹੜਾ ਆ ਇੱਕ ਕੰਮ ਨੂੰ 4 ਘੰਟੇ 'ਚ ਪੂਰਾ ਕਰਦਾ while B and C can do in 3 hours। ਹੁਣ A ਦਾ ਇਕੱਲਾ ਕੰਮ ਦਿੱਤਾ ਹੋਇਆ ਤੇ B ਤੇ C ਦਾ ਜਿਹੜਾ ਇਕੱਠਾ ਉਹ ਕਿੰਨੇ ਚਿਰ 'ਚ ਕਰ ਲੈਂਦੇ ਆ 3 hours and A plus C can do the same work in 2 hours। how long will B alone take to do it कि जे B उस काम ਨੂੰ ਇਕੱਲਾ ਕਰੇ ਤੇ ਉਹ ਕਿੰਨੇ ਜਿਹੜੇ ਆਵਰਸ ਦੇ ਵਿੱਚ ਉਹ ਕੰਪਲੀਟ ਕਰ ਲੇਗਾ। ਸੋ ਇਹਨਾਂ ਦਾ ਆਪਾਂ ਐਲਸੀਐਮ ਕੱਢਦੇ ਆ 4 3 ਤੇ 2 ਦਾ 4 3 12 12 ਐਲਸੀਐਮ ਆ ਜਾਏਗਾ। ਸੋ 3 4 and 6। ਸੋ ਇਹਦਾ मतलब B plus C ਜਿਹੜਾ ਆ ਇੱਕ ਦਿਨ ਦੇ ਵਿੱਚ 4 ਯੂਨਿਟ ਬਣਾਉਂਦੇ A plus C ਜਿਹੜੇ ਆ ਇੱਕ ਦਿਨ ਦੇ ਵਿੱਚ 6 ਯੂਨਿਟ ਬਣਾ ਰਹੇ ਆ। ਸੋ ਇਹਦੇ ਤੋਂ ਸਾਡੇ ਕੋਲ ਕੀ ਆ ਜਾਏਗਾ ਕਿ ਤੁਸੀਂ ਦੇਖੋ ਹੁਣ A plus C ਜਿਹੜੇ ਆ ਉਹ ਇੱਕ ਦਿਨ ਦੇ ਵਿੱਚ 6 ਯੂਨਿਟ ਬਣਾ ਰਹੇ ਆ। A ਇਕੱਲਾ ਜਿਹੜੇ ਆ ਕਿੰਨੇ ਯੂਨਿਟ ਬਣਾ ਰਿਹਾ ਹੈ 3 ਯੂਨਿਟ। ਸੋ ਉਹਦੇ ਤੋਂ ਆਪਾਂ C ਦਾ ਕੰਮ ਕੱਢ ਲਾਂਗੇ। ਸੋ ਦੈਟ ਇਜ਼ ਇਕੁਅਲ ਟੂ C ਇੱਕ ਦਿਨ ਦੇ ਵਿੱਚ ਕਿੰਨੇ ਯੂਨਿਟ ਬਣਾ ਰਿਹਾ ਹੈ C ਇੱਕ ਦਿਨ ਦੇ ਵਿੱਚ 3 ਯੂਨਿਟ ਬਣਾ ਰਿਹਾ ਹੈ। ਠੀਕ ਹੈ ਨਾ। ਹੁਣ B plus C ਜਿਹੜੇ ਆ ਇੱਕ ਦਿਨ ਦੇ ਵਿੱਚ ਕਿੰਨੇ ਯੂਨਿਟ ਬਣਾ ਰਹੇ ਆ 4 ਯੂਨਿਟ ਬਣਾ ਰਹੇ ਆ। C ਜਿਹੜਾ ਇਕੱਲਾ ਕਿੰਨੇ ਯੂਨਿਟ ਬਣਾਉਂਦਾ ਹੈ 3 ਯੂਨਿਟ ਉਹ ਇਕੱਲਾ ਬਣਾ ਲੈਂਦਾ ਹੈ ਆਪਾਂ ਕੈਲਕੂਲੇਟ ਕੀਤਾ। ਸੋ ਇਹਦਾ मतलब B ਜਿਹੜਾ ਕਿੰਨੇ ਯੂਨਿਟ ਬਣਾਏਗਾ ਰੋਜ਼ ਦੇ B ਜਿਹੜਾ ਆ 1 ਯੂਨਿਟ ਜਿਹੜਾ ਆ ਉਹ ਰੋਜ਼ ਦਾ ਬਣਾ ਰਿਹਾ ਹੈ। ਹੁਣ ਟੋਟਲ ਕਿੰਨੇ ਯੂਨਿਟ ਬਣਾਣੇ ਆ 12 ਯੂਨਿਟ ਬਣਾਣੇ ਆ। ਹੁਣ B ਜਿਹੜਾ ਇੱਕ ਦਿਨ ਦੇ ਵਿੱਚ ਜਾਂ ਇੱਕ ਆਵਰ ਦੇ ਵਿੱਚ ਉਹ 1 ਯੂਨਿਟ ਬਣਾਉਂਦਾ ਹੈ। ਸੋ ਟੋਟਲ 12 ਯੂਨਿਟ ਉਹ ਕਿੰਨੇ ਆਵਰਸ ਦੇ ਵਿੱਚ ਬਣਾਏਗਾ। ਸੋ ਦੈਟ ਇਜ਼ ਇਕੁਅਲ ਟੂ 12/1 which is equal to 12 hours। ਸੋ ਇਹ ਕੁਐਸਚਨ ਜਿਹੜਾ ਹੈ ਆਵਰਸ ਦੇ ਵਿੱਚ ਵੀ ਆ ਸਕਦਾ ਹੈ ਡੇਜ਼ ਦੇ ਵਿੱਚ ਵੀ ਆ ਸਕਦਾ ਹੈ ਈਅਰਸ ਦੇ ਵਿੱਚ ਵੀ ਆ ਸਕਦਾ ਹੈ ਬਟ ਮੈਥਡ ਇਜ਼ ਸੇਮ। ਸੋ ਆਈ ਹੋਪ ਕਿ ਤੁਹਾਨੂੰ ਇਹ ਮੈਥਡ ਜਿਹੜਾ ਅੰਡਰਸਟੈਂਡ ਹੋ ਗਿਆ ਹੈ। ਸੋ ਆਓ ਇਦਾਂ ਦਾ ਇੱਕ ਕੁਐਸਚਨ ਹੋਰ ਹੱਲ ਕਰਦੇ ਹਾਂ ਥੋੜਾ ਅਲੱਗ ਤਰ੍ਹਾਂ ਦਾ। ਸੋ ਇਹ ਕੁਐਸਚਨ ਬਹੁਤ ਇੰਟਰਸਟਿੰਗ ਹੈ ਇਹਨੂੰ ਥੋੜਾ ਧਿਆਨ ਨਾਲ ਦੇਖੋ। ਹੁਣ ਉਹ ਕੀ ਕਹਿ ਰਿਹਾ 20 men or 24 women can complete a piece of work in 20 days। ਕਹਿੰਦਾ 20 ਆਦਮੀ ਜਾਂ 24 ਵੂਮੈਨਸ ਜਿਹੜੇ ਆ ਇੱਕ ਕੰਮ ਨੂੰ 20 ਦਿਨਾਂ ਦੇ ਵਿੱਚ ਕਰਦੇ। ਠੀਕ ਹੈ ਨਾ। ਸੋ ਆਓ ਇਹਨਾਂ ਨੂੰ ਪਹਿਲੇ ਸੈਪਰੇਟ ਕਰ ਲਈਏ। ਸੋ 20 ਆਦਮੀ ਜਿਹੜਾ ਇੱਕ ਕੰਮ ਨੂੰ 20 ਦਿਨਾਂ ਦੇ ਵਿੱਚ ਕਰ ਰਿਹਾ। ਸੋ ਇਹਦਾ मतलब ਇੱਕ ਆਦਮੀ ਜਿਹੜਾ ਇੱਕ ਕੰਮ ਨੂੰ ਕਿੰਨੇ ਦਿਨਾਂ ਦੇ ਵਿੱਚ ਕਰੇਗਾ 20 into 20 400 ਡੇਜ਼ ਦੇ ਵਿੱਚ ਕਰੇਗਾ। ਸਿਮਿਲਰਲੀ 24 ਵੂਮੈਨ 24 ਵੂਮੈਨ ਜਿਹੜੀਆਂ ਉਸੇ ਕੰਮ ਨੂੰ 20 ਡੇਜ਼ ਦੇ ਵਿੱਚ ਕਰਦੀਆਂ। ਸੋ ਇਹਦਾ मतलब ਇੱਕ ਵੂਮੈਨ ਉਸ ਕੰਮ ਨੂੰ ਕਿੰਨੇ ਦਿਨਾਂ ਦੇ ਵਿੱਚ ਕਰੇਗੀ 20 into 24 that is equal to 480 ਡੇਜ਼ ਦੇ ਵਿੱਚ ਕਰੇਗੀ। ਸੋ ਦਿਸ ਇਜ਼ ਦੀ ਟ੍ਰਿਕ ਕਿ ਆਪਾਂ ਇੱਥੇ ਤੱਕ ਜੇ ਕੁਐਸਚਨ ਨੂੰ ਹੱਲ ਕਰ ਲਿਆ ਤੇ ਫਿਰ ਆਪਾਂ ਉਹਨੂੰ ਅੱਗੇ ਈਜ਼ੀਲੀ ਕਰ ਸਕਦੇ ਹਾਂ। ਸੋ ਇਹਦਾ मतलब ਇੱਕ ਆਦਮੀ ਜਿਹੜਾ ਹੈ ਇੱਕ ਕੰਮ ਨੂੰ 400 ਡੇਜ਼ 'ਚ ਕਰਦਾ ਇੱਕ ਵੂਮਨ ਜਿਹੜੀ ਹੈ ਉਸੇ ਕੰਮ ਨੂੰ 480 ਦਿਨਾਂ ਦੇ ਵਿੱਚ ਕਰਦੀ ਹੈ। ਸੋ 400 ਤੇ 480 ਦਾ ਜਿਹੜਾ ਐਲਸੀਐਮ ਆਪਾਂ ਕੱਢ ਲਾਂਗੇ। ਸੋ ਇੱਥੇ ਆਪਾਂ 20 ਤੇ ਕਾਮਨ ਆ ਗਿਆ ਦਾ मतलब 20 ਤੇ 24 ਦਾ ਐਲਸੀਐਮ ਆਪਾਂ ਕੱਢਣਾ 4 ਪੰਜੇ 20 4 ਛਿਕਾ 24 6 ਪੰਜਾ 30 ਗੁਣਾ 4 ਗੁਣਾ 120 ਆ ਗਿਆ। ਹੁਣ ਇਹਨੂੰ ਆਪਾਂ 400 ਦੇ ਨਾਲ ਡਿਵਾਈਡ ਕਰੀਏ 20
ना 20 कैंसल हो गए। सो इत्थे आपां करके देख लैंदे आ। सो 120 इंटू 20 डिवाइडेड बाय 400, 20 न 20, सो 20 छिका। सो ਇਹਦਾ मतलब एक ਜਿਹੜਾ आदमी एक दिन ਦੇ ਵਿੱਚ 6 यूनिट बना रहा है। सो इसे तरह तुसी 120 इंटू 20 डिवाइडेड बाय 480, सो इट इज़ कमिंग आउट टू बी 5 यूनिट। सो ਇਹਦਾ मतलब एक आदमी ਜਿਹੜਾ एक दिन ਦੇ ਵਿੱਚ 6 यूनिट बना रहा है एंड एक वूमन ਜਿਹੜੀ ਆ ਉਹ एक दिन ਦੇ ਵਿੱਚ 5 यूनिट बना रही है। टोटल ਉਹਨੇ ਇੰਨੇ यूनिट बनाने हैं। ਹੁਣ ਅੱਗੇ क्वेश्चन ਕੀ ਦਿੱਤਾ ਹੋਇਆ, इफ 30 मैन एंड 12 वूमन अंडरटेक टू कंप्लीट दी वर्क। ਹੁਣ ਦੋਨੇ ਰਲ ਕੇ ਕੰਮ ਕਰ ਰਹੇ ਆ। ਹੁਣ ਇੱਕ ਆਦਮੀ ਜਿਹੜਾ ਆ ਇੱਕ ਦਿਨ ਦੇ ਵਿੱਚ 6 यूनिट ਬਣਾਉਂਦਾ, ਇਹਦਾ मतलब 30 ਆਦਮੀ ਜਿਹੜੇ ਆ ਉਹ ਕਿੰਨੇ यूनिट ਬਣਾਉਣਗੇ, 30 into 6 that is equal to 180 यूनिट। सो सिमिलरली वन वूमन ਜਿਹੜੀ ਆ ਉਹ 5 यूनिट ਬਣਾਉਂਦੀ ਆ। ਕਿੰਨੀਆਂ ਵੂਮਨ ਜਿਹੜੀਆਂ ਲੱਗੀਆਂ ਹੋਈਆਂ ਕੰਮ 'ਚ, 12। 12 ਵੂਮਨ ਕੈਨ ਕੰਪਲੀਟ ਦੀ ਵਰਕ, ਉਹ 12 5 60 यूनिट ਬਣਾਉਣਗੇ। ਹੁਣ ਦੋਨੇ ਰਲ ਕੇ ਕੰਮ ਕਰ ਰਹੇ ਆ, ਇਹਦਾ मतलब 180 यूनिट ਆਦਮੀ ਬਣਾ ਰਿਹਾ ਤੇ 60 यूनिट ਔਰਤਾਂ ਬਣਾ ਰਹੀਆਂ। ਸੋ ਦੋਵੇਂ ਇੱਕ ਦਿਨ ਦੇ ਵਿੱਚ ਕਿੰਨੇ यूनिट ਬਣਾ ਲੈਣਗੀਆਂ, 180 प्लस 60 दैट इज इक्वल टू 240 यूनिट। ਹੁਣ ਉਹਨਾਂ ਨੇ ਬਣਾਣੇ ਕਿੰਨੇ यूनिट ਆ, ਇੰਨੇ यूनिट ਬਣਾਣੇ ਆ। ਸੋ ਇਹਦਾ मतलब ਉਹ ਕਿੰਨੇ ਦਿਨਾਂ ਦੇ ਵਿੱਚ ਬਣਾਣਗੇ, ਉਹਦੇ ਚੋਂ ਆਪਾਂ डिवाइड कर देना। सो 240 ਜਿਹੜੇ यूनिट ਆ ਉਹ ਇੱਕ ਦਿਨ ਦੇ ਵਿੱਚ ਬਣਾ ਰਹੇ ਆ। ਸੋ 12 दूना 24, 2 10। सो टोटल कितना आंसर आ गया साडा, 10 days। सो दिस इज हाउ यू कैन सॉल्व दिस टाइप ऑफ प्रॉब्लम्स कि ਆਪਾਂ ਪਹਿਲੇ ਇੱਕ ਆਦਮੀ ਦਾ ਤੇ ਇੱਕ ਵੂਮਨ ਦਾ ਜਿਹੜਾ ਉਹਨੂੰ ਆਪਾਂ ਪਰ ਡੇ ਵਰਕ ਫਾਈਂਡ ਆਊਟ ਕਰਕੇ ਫਿਰ ਆਪਾਂ ਉਹਨੂੰ ਈਜ਼ੀਲੀ ਹੱਲ ਕਰ ਸਕਦੇ ਹਾਂ। ਸੋ ਪਿਛਲੀ ਅਸਾਈਨਮੈਂਟ ਦੇ ਵਿੱਚ, ਪਿਛਲੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ 2 ਕੁਐਸਚਨ ਦਿੱਤੇ ਸੀ। ਸੋ ਤੁਹਾਨੂੰ ਮੈਂ ਕਿਹਾ ਸੀ ਕਿ ਆਪਾਂ ਉਹਦਾ ਜਵਾਬ ਜਿਹੜਾ ਅਗਲੇ ਲੈਕਚਰ ਦੇ ਵਿੱਚ ਦੇਵਾਂਗੇ। ਹੁਣ ਕੁਐਸਚਨ ਕੀ ਹੈ, A can complete a work in 10 days while B can do the same work in 15 days. If A and B started working together but after some days A left the work and whole work get completed in 9 days, find after how many days A left the work। ਹੁਣ ਇਸ ਕੇਸ ਦੇ ਵਿੱਚ ਕੀ ਆ ਕਿ ਆਓ ਇੱਥੇ ਤੁਹਾਨੂੰ ਐਕਸਪਲੇਨ ਕਰਦਾ ਮੈਂ। A ਜਿਹੜਾ ਇੱਕ ਕੰਮ ਨੂੰ 10 ਦਿਨਾਂ ਦੇ ਵਿੱਚ ਕਰ ਰਿਹਾ, B ਉਸੇ ਕੰਮ ਨੂੰ 15 ਦਿਨਾਂ ਦੇ ਵਿੱਚ ਕਰ ਰਿਹਾ। ਸੋ 15 ਤੇ 10 ਦਾ ਜਿਹੜਾ LCM ਆ ਉਹ ਆਪਾਂ ਫਾਈਂਡ ਆਊਟ ਕਰ ਲਾਂਗੇ। ਸੋ 5 दूनी 10, 5 30, 3 दूनी 6, 50, ਸੋ 30 LCM ਆ ਗਿਆ। ਸੋ ਇਹਦਾ मतलब ਇਹ ਇੱਕ ਦਿਨ ਦੇ ਵਿੱਚ 3 यूनिट ਬਣਾ ਰਿਹਾ, B ਇੱਕ ਦਿਨ ਦੇ ਵਿੱਚ 2 यूनिट ਬਣਾ ਰਿਹਾ। ਹੁਣ ਪੁੱਛਿਆ ਆ ਕਿ ਇਹ ਜਿਹੜਾ ਕੁਝ ਦਿਨਾਂ ਬਾਅਦ ਕੰਮ ਨੂੰ ਛੱਡ ਗਿਆ ਤੇ ਦੱਸੋ ਕਿ ਕਿੰਨੇ ਦਿਨਾਂ ਬਾਅਦ ਇਹ ਜਿਹੜਾ ਕੰਮ ਨੂੰ ਛੱਡ ਕੇ ਗਿਆ ਆ। ਹੁਣ ਇਹਦੇ ਵਿੱਚ ਸਾਨੂੰ ਦਿੱਤਾ ਹੋਇਆ ਕਿ ਪੂਰਾ ਜਿਹੜਾ ਕੰਮ ਆ ਉਹ 9 ਦਿਨਾਂ ਦੇ ਵਿੱਚ ਕੰਪਲੀਟ ਹੁੰਦਾ ਹੈ। ਸੋ ਇਹਦਾ मतलब ਕਿ ਇਹ ਜਿਹੜਾ ਹੈ ਛੱਡ ਕੇ ਗਿਆ ਆ, B ਨੇ ਤੇ ਬਈ ਪੂਰਾ ਕੰਮ ਕੀਤਾ ਨਾ। ਸੋ ਜੇ B ਇੱਕ ਦਿਨ ਦੇ ਵਿੱਚ 2 यूनिट ਬਣਾ ਰਿਹਾ ਆ ਤੇ B 9 ਦਿਨਾਂ ਦੇ ਵਿੱਚ ਕਿੰਨੇ यूनिट ਬਣਾਏਗਾ, 9 ਡੇਜ਼ ਦੇ ਵਿੱਚ ਕਿੰਨੇ यूनिट ਬਣਾਏਗਾ B, that is equal to 2 into 9। ਸੋ B ਨੇ ਆਪਣਾ ਪੂਰਾ ਜਿਹੜੇ 9 ਦਿਨਾਂ ਦੇ ਵਿੱਚ ਕਿੰਨੇ यूनिट ਬਣਾਏ, 18 यूनिट ਬਣਾਏ। ਇਹਦਾ मतलब A ਨੇ ਕਿੰਨੇ यूनिट ਬਣਾਏ, ਜੇ ਟੋਟਲ 30 यूनिट ਬਣਾਏ ਉਹਨਾਂ ਨੇ, ਸੋ A ਨੇ ਇਹਦਾ मतलब 12 यूनिट ਬਣਾਏ। ਸੋ ਇੱਥੇ ਸਿਲੈਕਟ ਕਰ ਲੈਣਾ ਪੈਨ। ਸੋ A ਨੇ 12 यूनिट ਜਿਹੜੇ ਆ ਉਹ ਬਣਾਏ। ਹੁਣ A ਇੱਕ ਦਿਨ ਦੇ ਵਿੱਚ 3 यूनिट ਬਣਾਉਂਦਾ, ਸੋ A ਜਿਹੜਾ ਆ ਉਹਨੇ 12 यूनिट ਬਣਾਣੇ ਆ, ਉਹ ਕਿੰਨੇ ਦਿਨਾਂ ਦੇ ਵਿੱਚ ਬਣਾਏਗਾ। ਸੋ A ਜਿਹੜਾ ਆ ਉਹ 12 यूनिट 4 ਦਿਨਾਂ ਦੇ ਵਿੱਚ ਬਣਾਏਗਾ। ਸੋ ਇਹਦਾ मतलब A ਜਿਹੜਾ ਆ 4 ਦਿਨ ਕੰਮ ਕਰਕੇ ਉਹ ਛੱਡ ਗਿਆ। ਸੋ ਦਿਸ ਇਜ਼ ਹਾਊ ਯੂ ਕੈਨ ਸੋਲਵ ਦਿਸ ਟਾਈਪ ਆਫ ਪ੍ਰੋਬਲਮਸ। ਸੋ ਅਗਲਾ ਜਿਹੜੀ ਅਸਾਈਨਮੈਂਟ ਦਾ ਕੁਐਸਚਨ ਸੀ, ਸੋ ਉਹ ਸੀ A and B together can do a piece of work in 12 days. A alone can do the work in 18 days and in how many days B alone can do it। ਸੋ ਜੇ ਆਪਾਂ ਮੰਨ ਲਈਏ ਕਿ B ਜਿਹੜਾ ਹੈ ਉਸ ਕੰਮ ਨੂੰ X ਦਿਨ ਦੇ ਵਿੱਚ ਕਰਦਾ ਹੈ, ਸੋ ਇਹਦਾ मतलब 18
x ਜਿਹੜਾ ਉਹਦਾ LCM ਆ ਜਾਏਗਾ। ਸੋ 18x ਡਿਵਾਈਡਡ ਬਾਈ 18। ਸੋ A ਜਿਹੜਾ ਆ ਇੱਕ ਦਿਨ ਦੇ ਵਿੱਚ x ਯੂਨਿਟ ਬਣਾ ਰਿਹਾ ਹੈ ਤੇ B ਜਿਹੜਾ ਹੈ ਇੱਕ ਦਿਨ ਦੇ ਵਿੱਚ 18 ਜਿਹੜੇ ਯੂਨਿਟ ਬਣਾ ਰਿਹਾ ਹੈ। ਹੁਣ ਟੋਟਲ ਉਹਨਾਂ ਨੇ 18x ਯੂਨਿਟ ਬਣਾਉਣੇ ਆ। ਸੋ ਇਹਦਾ ਮਤਲਬ ਕੀ ਆ ਕਿ 18x ਡਿਵਾਈਡਡ ਬਾਈ A ਤੇ B ਜਿਹੜੇ ਕਿੰਨੇ ਯੂਨਿਟ ਬਣਾ ਰਹੇ ਇੱਕ ਦਿਨ ਦੇ ਵਿੱਚ x ਪਲੱਸ 18। ਹੁਣ ਉਹ ਕਿੰਨੇ ਦਿਨਾਂ ਦੇ ਵਿੱਚ ਕੰਮ ਕਰਦੇ ਆ? ਉਹ ਦੋਨੇ ਰਲ ਕੇ 12 ਦਿਨਾਂ ਦੇ ਵਿੱਚ ਕੰਮ ਕਰ ਲੈਂਦੇ ਆ। ਸੋ ਇਹਦੇ ਤੋਂ ਆਪਾਂ x ਦੀ ਜਿਹੜੀ ਵੈਲਿਊ ਆ ਉਹਨੂੰ ਕੈਲਕੂਲੇਟ ਕਰ ਸਕਦੇ ਹਾਂ। 18 ਗੁਣਾ 12, ਸੋ ਇਹ 12 ਇੱਧਰ ਮੂਵ ਕਰ ਜਾਏਗਾ। 18x ਮਾਈਨਸ 12x that is equal to 18 multiply 12, ਸੋ 6x। ਸੋ ਇਹਦੇ ਤੋਂ ਤੁਸੀਂ ਜਿਹੜਾ ਆ x ਦੀ ਵੈਲਿਊ ਫਾਈਂਡ ਆਊਟ ਕਰ ਸਕਦੇ ਹੋ। 6 दूनी 12। ਸੋ ਇਹਦਾ ਮਤਲਬ it is coming 36 days। ਸੋ ਇਹਦਾ ਮਤਲਬ B ਜਿਹੜਾ ਆ ਉਸੇ ਕੰਮ ਨੂੰ 36 ਦਿਨਾਂ ਦੇ ਵਿੱਚ ਕੈਲਕੂਲੇਟ ਕਰੇਗਾ। ਸੋ this is all about today। ਸੋ today's assignment is this much। ਸੋ ਇਸ ਅਸਾਈਨਮੈਂਟ ਦੇ ਵਿੱਚ ਮੈਂ ਤੁਹਾਨੂੰ 3 ਕੁਐਸਚਨ ਦਿੱਤੇ ਆ। ਸੋ ਆਈ ਹੋਪ ਕਿ ਜਿਹੜਾ ਮੈਥਡ ਤੁਹਾਨੂੰ ਮੈਂ ਦੱਸਿਆ ਉਹਦੇ ਤੋਂ ਤੁਸੀਂ ਇਹ ਕੁਐਸਚਨ ਜਿਹੜੇ ਆ ਈਜ਼ੀਲੀ ਸੋਲਵ ਕਰ ਲੋਗੇ। ਸੋ ਇਹਨਾਂ ਦੇ ਜਿਹੜੇ ਤੁਸੀਂ ਆਨਸਰਸ ਆ ਉਹ ਕਮੈਂਟ ਬਾਕਸ ਦੇ ਵਿੱਚ ਲਿਖਣੇ ਆ। ਸੋ ਉਹਦੇ ਤੋਂ ਮੈਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਜਿਹੜਾ ਮੇਰਾ ਟ੍ਰਿਕ ਆ ਉਹਨੂੰ ਫੋਲੋ ਕਰ ਰਹੇ ਹੋ ਜਾਂ ਨਹੀਂ ਕਰ ਰਹੇ। ਸੋ ਟਿਲ ਦੈਨ ਗੁੱਡ ਬਾਏ, ਸੀ ਯੂ ਇਨ ਦੀ ਨੈਕਸਟ ਲੈਕਚਰ।